अस्सलाम वालेकुम। की हाल चाल है ਤੁਹਾਡਾ? ठीक ठाक हो ਤੁਸੀਂ ਸਾਰੇ? कैसी तबीयत ਤੁਹਾਡੀ ਸਾਰਿਆਂ ਦੀ? ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ। ਲੋ ਵੀ ਟਾਪੋ ਟਾਪ ਤਿਆਰੀਆਂ ਚੱਲ ਰਹੀਆਂ, ਯਕੀਨ ਮੰਨੋ ਸਵੇਰ ਦਾ ਬੈਗ ਸ਼ੈਗ ਬੰਦ ਕਰਨ 'ਚ ਐਸਾ ਮਸਰੂਫ ਹੋਈ ਸਭ ਹੈ ਕਿ ਬਿਲਕੁਲ ਟਾਈਮ ਨਹੀਂ ਮਿਲ ਰਿਹਾ ਸੀ। ਔਰ ਵੀਕਐਂਡ ਦੀ ਵਜ੍ਹਾ ਦੇ ਨਾਲ ਸਭ ਕੋਈ ਕਿਸੇ ਕਮਰੇ 'ਚ ਸੁੱਤਾ ਹੈ, ਕੋਈ ਕਿਤੇ ਸੁੱਤਾ ਹੈ, ਕੋਈ ਕੁਛ, ਕਿਤੇ ਬੱਚਿਆਂ ਦਾ ਸ਼ੋਰ ਹੈ। ਤੇ ਮੈਂ ਹੁਣ ਇੱਥੇ ਡਾਈਨਿੰਗ 'ਤੇ ਬੈਠ ਗਈ ਹਾਂ। ਮੈਂ ਕਿਹਾ ਮੈਂ ਥੋੜ੍ਹੀ ਜਿਹੀ ਗੱਲ ਕਰ ਲਵਾਂ ਤੁਹਾਡੇ ਨਾਲ ਕਿ ਫਿਰ ਅਸੀਂ ਜ਼ਿਆਦਾਤਰ ਹੁਣ ਰਵਾਨਗੀ ਦੀ ਤਿਆਰੀਆਂ ਨੇ। ਥੋੜ੍ਹਾ ਟਾਈਮ ਰਹਿ ਗਿਆ ਵੇ ਇੱਕ ਦਿਨ 2 ਦਿਨ ਬਚੇ ਨੇ ਅਤੇ ਉਹ ਅਸੀਂ ਫਿਰ ਹੁਣ ਕੀ ਕਹਿੰਦੇ ਨੇ ਆਪਣਾ ਉਹ ਤਿਆਰੀ ਨਾਲੋਂ ਨਾਲ ਕਰ ਰਹੇ ਹਾਂ। ਅਤੇ ਮੈਂ ਅਸੀਂ ਬੈਗ ਸਮੇਟਦੇ ਸਮੇਟਦੇ ਉਹ ਫਿਰ ਆ ਜਾਂਦੇ ਨੇ ਜ਼ਮਾਨੇ ਯਾਦ ਜਿਹੜੇ ਸਾਨੂੰ ਆਪਣੇ ਬਚਪਨ ਦੇ। आता है याद मुझको गुजरा हुआ ज़माना वो लीर की लंगोटी छप्पड़ में कूद जाना। ਤੇ ਇਹ ਸ਼ੇਰ ਜਿਹੜਾ ਨਾ ਮੇਰੇ ਬਹਿਨੋਈ ਨੇ ਲਾਹੌਰ ਰਹਿੰਦੇ ਨੇ, ਮੇਰੇ ਪੱਪੀਜ਼ਾਦ ਭੈਣ ਨੇ, ਉਹਨਾਂ ਦੇ ਹਸਬੈਂਡ ਨੇ, ਅਤੇ ਉਹ ਅਕਸਰ ਸਾਨੂੰ ਸੁਣਾਉਂਦੇ ਹੁੰਦੇ ਸਨ ਅਤੇ ਅਸੀਂ ਬੜਾ ਹੱਸਦੇ ਹੁੰਦੇ ਸਨ। ਅਤੇ ਉਹ ਲੀਰ ਕੀ ਲੰਗੋਟੀ ਛੱਪੜ ਮੇ ਕੂਦ ਜਾਣਾ। ਅਤੇ ਹੁਣ ਜਿਹੜਾ ਵੇ ਅਸੀਂ ਵੀ ਅੱਜ ਆਪਣਾ ਤਿਆਰੀਆਂ ਕਰ ਰਹੇ ਹਾਂ ਅਤੇ ਮੈਨੂੰ ਉਸ ਹਵਾਲੇ ਦੇ ਨਾਲ ਯਾਦ ਆ ਗਿਆ ਕਿ ਸਿਆਲਕੋਟ ਸਫ਼ਰ 'ਤੇ ਮੈਂ ਤੁਹਾਨੂੰ ਸੁਣਾਇਆ ਹੀ ਸੀ ਕਿ ਜਿਹੜਾ ਅਸੀਂ ਟ੍ਰੇਨ 'ਤੇ ਬੈਠ ਕੇ ਜਾਂਦੇ ਸਾਂ, ਸਫ਼ਰ ਕਰਨੇ ਸਾਂ, ਉਹ ਹੋਏ ਇੰਨੀ ਮਤਲਬ ਉਹ ਹੁੰਦੀ ਸੀ, ਜੋ ਵੀ ਉਹਦੇ ਰਸਤੇ ਵਿੱਚ ਅਸੀਂ ਕਰਦੇ ਸਾਂ, ਵਾਰਦਾਤਾਂ ਕਰਦੇ ਹੋਏ ਜਾਂਦੇ ਸਾਂ। ਅਤੇ ਇਸ ਤਰ੍ਹਾਂ ਹੀ ਅਸੀਂ ਜਦੋਂ ਖਾਲਾ ਦੇ ਕੋਲ ਜਾਂਦੇ ਸਾਂ ਟੰਡੋ ਜਾਮ, ਤਾਂ ਟੰਡੋ ਜਾਮ ਜਾਂਦੇ ਹੁੰਦੇ ਸਾਂ ਅਸੀਂ, ਉਦੋਂ ਬੜਾ ਇੱਕ ਸਾਡੋ ਇੱਕ ਹੁੰਦਾ ਸੀ ਕਿ ਅਸੀਂ ਉਦੋਂ ਬੱਸ 'ਤੇ ਬੈਠ ਕੇ ਜਾਂਦੇ ਸਾਂ। ਟ੍ਰੇਨ ਵੀ ਜਾਂਦੀ ਸੀ ਖਾਲਾ ਦੇ ਉੱਤੇ ਅਤੇ ਬੱਸ ਵੀ ਹੁੰਦੀ ਸੀ, ਲੇਕਿਨ ਬੱਸ ਜ਼ਰਾ ਨਜ਼ਦੀਕ ਪੈ ਜਾਂਦੀ ਸੀ ਉਹਨਾਂ ਦੇ, ਕਿ ਥੋੜ੍ਹਾ ਵਾਕਿੰਗ ਏਰੀਆ ਸੀ। ਅਤੇ ਫਿਰ ਅਸੀਂ ਵਾਕ ਕਰਕੇ ਬੱਸ ਤੋਂ ਉਤਰ ਕੇ ਆਪਣੇ ਆਪਣੇ ਬੈਗ ਫੜਨੇ ਅਤੇ ਖਾਲਾ ਦੇ ਘਰ ਪਹੁੰਚ ਜਾਣਾ। ਟ੍ਰੇਨ ਤੋਂ ਥੋੜ੍ਹਾ ਦੂਰ ਪੈਂਦਾ ਸੀ। ਕੋਸ਼ਿਸ਼ ਇਸ ਤਰ੍ਹਾਂ ਹੁੰਦੀ ਸੀ ਕਿ ਅਸੀਂ ਜਦੋਂ ਵੀ ਜਾਈਏ ਕਿ ਬੱਸ 'ਤੇ ਜਾਈਏ ਤਾਂ ਕਿ ਅੱਗੇ ਦੀ ਫਿਰ ਸਹੂਲਤ ਹੋ ਜਾਏ, ਕਿਉਂਕਿ ਛੋਟਾ ਸਟੇਸ਼ਨ ਸੀ, ਕੁਲੀ ਵਗੈਰਾ ਮਿਲਦੇ ਨਹੀਂ ਸਨ, ਆਪਣਾ ਆਪਣਾ ਸਮਾਨ ਖੁਦ ਚੁੱਕਣਾ ਹੁੰਦਾ ਸੀ। ਅਤੇ ਇਸ ਤਰ੍ਹਾਂ ਫਿਰ ਅਸੀਂ ਖਾਲਾ ਦੇ ਕੋਲ ਜਾਂਦੇ ਹੁੰਦੇ ਸਾਂ ਟੰਡੋ ਜਾਮ। ਅਤੇ ਉਹ ਜਦੋਂ ਕੋਈ ਛੁੱਟੀ ਇੱਕ ਅੱਧ ਵਿੱਚ ਆ ਜਾਣੀ, ਕਿਉਂਕਿ ਗਰਮੀਆਂ ਦੀ ਛੁੱਟੀਆਂ ਜਦੋਂ ਪੰਜਾਬ ਜਾਂਦੇ ਸਾਂ ਤਾਂ 2 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਸਨ। ਅਤੇ ਪਰ ਇਹ ਕਿ ਜਦੋਂ ਖਾਲਾ ਕੋ ਜਾਣਾ ਵਿੱਚ ਕੋਈ ਛੁੱਟੀ ਆ ਗਈ, ਜਦੋਂ ਮੁਹਰਮ ਦੀ ਛੁੱਟੀ ਆ ਗਈ, ਇੱਕ ਵਿੱਚ 2-4 ਦਿਨ ਦੀ ਇਕੱਠੀ ਛੁੱਟੀ ਆ ਗਈ, ਤਾਂ ਅੱਬੂ ਨੇ ਕਹਿਣਾ ਚਲੋ ਤੁਹਾਨੂੰ ਲੈ ਚੱਲਾਂ। ਅਤੇ ਅਸੀਂ ਫਿਰ ਬੜੀ ਖੁਸ਼ੀ ਖੁਸ਼ੀ ਤਿਆਰ ਹੋਣਾ ਜੀ, ਖਾਲਾ ਕੋ ਚੱਲੇ ਹਾਂ। ਤਕਰੀਬਨ 3 ਘੰਟੇ ਦਾ ਬਰੋਡ 3-3.5 ਘੰਟੇ ਲੱਗਦੇ ਸਨ। ਉਹਦੇ ਵਿੱਚ ਬੱਸ 'ਤੇ ਅਸੀਂ ਜਾਂਦੇ ਸਾਂ। ਅਤੇ ਰਸਤੇ ਵਿੱਚ ਜਦੋਂ ਮਿਡ ਆਉਂਦਾ ਸੀ ਨਾ ਸੁਪਰ ਹਾਈਵੇ 'ਤੇ, ਉੱਥੇ ਫਿਰ ਇੱਕ ਹੋਟਲ ਸੀ, ਉੱਥੇ ਰੋਕਦੇ ਹੁੰਦੇ ਸਨ ਬੱਸ ਕੇ ਕੋਈ ਉਤਰ ਕੇ ਮੁਸਾਫਰ ਪਾਣੀ ਛਾਣੀ ਪੀ ਲੈਣ, ਕਿਸੇ ਨੇ ਚਾਹ ਪੀਣੀ ਹੈ, ਕਿਸੇ ਨੇ ਥੋੜ੍ਹਾ ਜਿਹਾ ਕੋਈ ਇਸ ਤਰ੍ਹਾਂ ਥੋੜ੍ਹਾ ਅੱਧੇ ਕੁ ਘੰਟੇ ਲਈ ਰੋਕਦੇ ਸਨ ਬੱਸ। ਅਤੇ ਬਸ ਬਈ ਉਹ ਸਫ਼ਰ ਇਸ ਤੋਂ ਨਹੀਂ ਭੁੱਲਦਾ ਕਿ ਜਦੋਂ ਅਸੀਂ ਫਿਰ ਅਸੀਂ ਤਾਂ ਬੱਸ ਦੇ ਅੰਦਰ ਹੀ ਬੈਠਨੇ ਹੁੰਦੇ ਸਾਂ। ਅੱਬੂ ਨੇ ਉਤਰ ਕੇ ਜਾਣਾ ਅਤੇ ਅੱਬੂ ਨੇ ਫਿਰ ਜਾ ਕੇ ਉਹ ਤੋਂ ਢਾਬਾ ਸਟਾਈਲ ਦੀ ਜਿਹੜੀ ਹੁੰਦੀ ਹੈ ਤੰਦੂਰ ਦੀਆਂ ਰੋਟੀਆਂ ਅਤੇ ਨਾਲ ਹੁੰਦੀ ਸੀ ਮਾਸ਼ ਦੀ ਦਾਲ। ਅਤੇ ਉਹ ਜ਼ਮਾਨਾ ਐਸਾ ਸੀ ਕਿ ਰੋਟੀ ਦੇ ਉੱਪਰ ਹੀ ਦਾਲ ਪਾ ਕੇ ਦੇ ਦਿੰਦੇ ਸਨ। ਅਤੇ ਅੱਬੂ ਨੇ ਸਾਨੂੰ ਫਿਰ ਮਾਸ਼ ਦੀ ਦਾਲ ਅਤੇ ਰੋਟੀਆਂ ਲਿਆ ਕੇ ਦੇਣੀਆਂ, ਤਦੋਂ ਤਾਂ ਸਾਨੂੰ ਖਿੜਕੀ ਵਿੱਚੋਂ ਹੀ ਅੱਬੂ ਨੇ ਇਸ ਤਰ੍ਹਾਂ ਕਰਕੇ ਫੜਾਉਣਾ ਉਹ। ਅਤੇ ਅਸੀਂ ਤਾਂ ਬਈ ਉਹ ਫਿਰ ਇੰਨੇ ਸ਼ੌਕ ਨਾਲ ਖਾਣਾ, ਉਹ ਜਿਹੜੀ ਮਾਸ਼ ਦੀ ਦਾਲ ਹੋਟਲਾਂ ਵਿੱਚ ਮਿਲਦੀ ਹੈ ਅਤੇ ਜਿਹੜਾ ਜ਼ਾਇਕਾ ਉਹਦਾ ਉਹ ਘਰ ਵਿੱਚ ਤੁਸੀਂ ਪਕਾਓ ਨਹੀਂ ਆਉਂਦਾ, ਜਿਹੜਾ ਢਾਬਾ ਸਟਾਈਲ ਚੀਜ਼ਾਂ ਦਾ ਤੁਹਾਨੂੰ ਮਜ਼ਾ ਮਿਲਦਾ ਹੋਵੇ। ਅਤੇ ਫਿਰ ਅਸੀਂ ਉਹ ਖਾਂਦੇ ਹੁੰਦੇ ਸਭ ਰੋਟੀ ਅਤੇ ਦਾਲ, ਜਾਂ ਫਿਰ ਕਦੀ ਕਦੀ ਰੋਟੀ ਪਕੌੜਾ। ਉਹ ਰੋਟੀ ਪਕੌੜਾ ਬੜਾ ਮਸ਼ਹੂਰ ਆਈਟਮ ਹੈ ਹਲੇ ਵੀ ਸਫ਼ਰ 'ਚ ਜਿਹੜੇ ਲੋਕ ਜਾਂਦੇ ਨੇ, ਜਾਂ ਆਲੂ ਦੀਆਂ ਟਿੱਕੀਆਂ ਹੁੰਦੀਆਂ ਨੇ ਜਾਂ ਪਕੌੜੇ, ਰੋਟੀ ਪਕੌੜੇ ਦੇ ਨਾਲ ਪਕੌੜਿਆਂ ਦੇ ਨਾਲ ਲੋਕ ਰੋਟੀ ਖਾ ਲੈਂਦੇ ਸਨ। ਅਤੇ ਉਹਨਾਂ ਵਿੱਚੋਂ ਫਿਰ ਜਿਹੜੀ ਚੀਜ਼ ਸਹੀ ਦਸਤਿਆਬ ਹੁੰਦੀ ਸੀ ਨਾ, ਅੱਬੂ ਸਾਨੂੰ ਲਿਆ ਕੇ ਦੇ ਦਿੰਦੇ ਸਨ। ਅਤੇ ਮੈਨੂੰ ਮਾਸ਼ ਦੀ ਦਾਲ ਵੀ ਇੰਨੀ ਅੱਛੀ ਲੱਗਦੀ ਸੀ, ਰੋਟੀ ਪਕੌੜਾ ਵੀ ਅੱਛਾ ਲੱਗਦਾ ਸੀ, ਪਰ ਉਹ ਹੁਣ ਜੋ ਫਿਰ ਅੱਬੂ ਨੂੰ ਸਮਝ ਲੱਗਦੀ ਸੀ ਅੱਬੂ ਲਿਆ ਕੇ ਦਿੰਦੇ ਸਨ। ਅਤੇ ਉਹ ਮਾਸ਼ ਦੀ ਦਾਲ ਅੱਜ ਵੀ ਮੈਂ ਚਾਹੁੰਦੀ ਹਾਂ ਜਦੋਂ ਢਾਬਾ ਸਟਾਈਲ ਦੀ, ਮੈਂ ਆਪਣੀ ਸਿਸਟਰ ਕੋਲ ਜਾਵਾਂਗੀ ਇਨਸ਼ਾਅੱਲਾ, ਹੁਣ ਮੈਂ ਜਾਵਾਂਗੀ ਅਤੇ ਫਿਰ ਤੁਹਾਨੂੰ ਉੱਥੇ ਦੀ ਵੀ ਢਾਬਾ ਸਟਾਈਲ ਦੀ ਅਸੀਂ ਦਾਲ ਮੰਗਾਵਾਂਗੇ ਅਤੇ ਖਾਵਾਂਗੇ, ਕਿਉਂਕਿ ਉਹ ਢਾਬੇ 'ਤੇ ਜਿਹੜੀ ਪੱਕਦੀ ਹੈ ਨਾ ਉਹਦਾ ਆਪਣਾ ਹੀ ਟੇਸਟ ਹੁੰਦਾ ਵੇ। ਅਤੇ ਰੋਟੀ ਪਕੌੜਾ ਤਾਂ ਮੈਨੂੰ ਇੰਨਾ ਪਸੰਦ ਹੈ ਕਿ ਅੱਜ ਵੀ ਮੈਂ ਕਦੀ ਕੜੀ ਬਣਾਵਾਂ ਨਾ ਤਾਂ ਪਕੌੜੇ ਤਲਨੀ ਆ, ਤਾਂ ਉਸ ਦਿਨ ਫਿਰ ਮੈਂ ਕੜੀ ਬੇਸ਼ੱਕ ਬਾਅਦ 'ਚ ਖਾਵਾਂ, ਲੇਕਿਨ ਮੈਂ 2-4 ਪਕੌੜੇ ਆਪਣੇ ਕੋਲ ਰੱਖਣੀ ਆ, ਤਾਂ ਰੋਟੀ ਪਕੌੜਾ ਖਾ ਕੇ ਆਪਣੀ ਬਚਪਨ ਦੀ ਯਾਦ ਤਾਜ਼ਾ ਕਰਨੀ ਆ ਕਿ ਜਦੋਂ ਅਸੀਂ ਸਫ਼ਰ 'ਤੇ ਜਾਂਦੇ ਸਾਂ, ਸਫ਼ਰ ਹੀ ਪੈਂਦੇ ਸਾਂ ਅਤੇ ਰੋਟੀ ਪਕੌੜਾ ਖਾਂਦੇ ਸਾਂ। ਰੋਟੀ ਪਕੌੜਾ ਬੜੀ ਜਿਹੜੀ ਨਾ ਮਸ਼ਹੂਰ ਡਿਸ਼ ਹੁੰਦੀ ਸੀ, ਸਮਝ ਲਓ ਮੁਸਾਫਰਾਂ ਦੀ, ਕਿ ਜਿਹੜੇ ਮੁਸਾਫਿਰ ਚੱਲ ਮੁਸਾਫਿਰ ਚੱਲ ਚੱਲ ਮੁਸਾਫਿਰ
ਤੇ ਮੁਸਾਫਿਰ ਵਿਚਾਰੇ ਟੁਰ ਪੈਂਦੇ ਸਨ ਤੇ ਰੋਟੀ ਪਕੌੜੇ ਖਾ ਲੈਂਦੇ ਸਨ, ਚਾਹ ਪੀ ਲਈ। ਤੇ ਇਸ ਤਰ੍ਹਾਂ ਸਾਦੇ ਸੂਦੇ ਲੋਕ ਸਫ਼ਰ ਕਰਦੇ ਸਨ, ਉਹ ਇੰਨੇ ਲਵਾਜ਼ਮਾਤ ਨਹੀਂ ਹੁੰਦੇ ਸਨ। ਅੱਜ ਤੇ ਤੁਸੀਂ ਕਿਸੇ ਸਫ਼ਰ ਲਈ ਨਿਕਲੋ, ਰਸਤੇ 'ਚ ਰੰਗ ਬਿਰੰਗੇ ਖਾਣੇ ਤੇ ਬਹੁਤ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਨੇ। ਪਰ ਉਸ ਜ਼ਮਾਨੇ ਵਿੱਚ ਫਿਰ ਸਾਦਾ ਸਾਦਾ ਰੋਟੀ ਪਕੌੜਾ ਖਾ ਲਓ ਤੇ ਮਾਂ ਦੀ ਦਾਲ, ਤੇ ਉਹ ਵੀ ਰੋਟੀ ਦੇ ਉੱਪਰ ਹੀ ਰੱਖ ਕੇ, ਕੋਈ ਨਾਲ ਪਲੇਟ ਵਲੇਟ ਨਹੀਂ ਹੁੰਦੀ ਸੀ, ਅਖਬਾਰ ਹੁੰਦਾ ਸੀ, ਅਖਬਾਰ ਦੇ ਉੱਪਰ ਰੱਖ ਕੇ ਸਾਰੀਆਂ ਚੀਜ਼ਾਂ ਦੇ ਦਿੱਤੀਆਂ ਜਾਂਦੀਆਂ, ਕਿਉਂਕਿ ਬੱਸ ਡਰਾਈਵਰ ਦੀ ਮਰਜ਼ੀ ਹੈ, ਉਹ ਬੱਸ ਚਲਾ ਦੇਵੇ ਤੇ ਉਹਦੇ ਭਾਂਡੇ ਛੱਡੇ ਵੀ ਉਹਨਾਂ ਦੇ ਗਏ ਤੇ ਇਸ ਤੋਂ ਉੱਪਰ ਹੀ ਪਾ ਕੇ ਦੇ ਦਿੰਦੇ ਸਨ। ਸਾਦੇ ਜ਼ਮਾਨੇ ਸਨ, ਅਸੀਂ ਸਾਰੇ ਭੈਣ ਭਰਾ ਵਿੱਚੋਂ ਸਾਈਡਾਂ ਤੋਂ ਤੋੜੀ ਜਾਣੀ ਬੁਰਗੀ ਤੇ ਵਿੱਚੋਂ ਦਾਲ ਲੈ ਕੇ ਖਾਈ ਜਾਣੀ ਤੇ ਬੜਾ ਮਜ਼ਾ ਆਉਂਦਾ। ਤੇ ਆਪਣੀ ਸਿਸਟਰ ਕੋਲ ਜਦੋਂ ਜਾਂਦੀ ਹਾਂ, ਮੈਂ ਫਰਮਾਇਸ਼ ਕਰਕੇ ਉੱਥੇ ਢਾਬਾ ਸਟਾਈਲ ਦੀ ਦਾਲ ਮੰਗਵਾਉਂਦੀ ਹਾਂ ਤੇ ਅਸੀਂ ਖਾਂਦੇ ਹਾਂ, ਬਹੁਤ ਹੀ ਮਜ਼ੇਦਾਰ। ਇਨਸ਼ਾਅੱਲਾ ਜਦੋਂ ਮੈਂ ਉਹਨਾਂ ਕੋਲ ਪਹੁੰਚਾਂਗੀ ਤੇ ਫਿਰ ਅਸੀਂ ਢਾਬਾ ਸਟਾਈਲ ਦੀ ਦਾਲ ਵੀ ਖਾਵਾਂਗੇ ਤੇ ਆਪਣੀਆਂ ਬਚਪਨ ਦੀਆਂ ਯਾਦਾਂ ਫਿਰ ਇੱਕ ਦਫਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪਰ ਐਵੇਂ ਕਿ ਅੱਜ ਤੇ ਮੈਨੂੰ ਬਸ ਇਹ ਯਾਦ ਆ ਗਿਆ ਕਿ ਅਸੀਂ ਜਾਣੇ ਹੁੰਦੇ ਸਾਂ, ਕਿਸੇ ਚੀਜ਼ ਦੀ ਫਿਕਰ ਨਹੀਂ ਹੁੰਦੀ ਸੀ। ਸਫਰੀ ਪੈਣਾ, ਅੰਮੀ ਨੇ ਕੱਪੜੇ ਰੱਖਣੇ ਨੇ, ਅੰਮੀ ਨੇ ਜੁੱਤੀ ਰੱਖਣੀ ਹੈ, ਅੰਮੀ ਨੇ ਜਿਹੜੀ ਚੀਜ਼ ਕੋ ਤੌਲੀਆ ਰੱਖਣਾ ਵੇ, ਕੋਈ ਰੁਮਾਲ ਰੱਖਣਾ। ਰੁਮਾਲ ਬੜਾ ਜ਼ਰੂਰੀ ਹੁੰਦਾ ਸੀ ਸਫ਼ਰ ਵਿੱਚ, ਕਿ ਸਾਰੇ ਪਸੀਨਾ ਅਗਰ ਆਉਂਦਾ ਸੀ ਤੇ ਮੂੰਹ ਸ਼ੂ ਸਾਫ਼ ਕੀਤਾ ਜਾਂਦਾ ਸੀ। ਕੱਪੜੇ ਦਾ ਰੁਮਾਲ ਬੜਾ ਅਹਿਮ ਆਈਟਮ ਹੁੰਦਾ ਸੀ ਵੀ ਹਰ ਬੰਦੇ ਵਾਸਤੇ, ਕਿ ਮਰਦਾਂ ਦੀ ਜੇਬ ਵਿੱਚ ਵੀ ਹੁੰਦਾ ਸੀ, ਔਰਤਾਂ ਵੀ ਆਪਣੇ ਪਰਸ ਵਿੱਚ ਰੱਖਦੀਆਂ ਸਨ। ਔਰਤਾਂ ਦੇ ਆਸ ਕੰਗੂਰੀਆਂ ਵਾਲੇ, ਉਹ ਇਸ ਤਰ੍ਹਾਂ ਇੱਕ ਪਿੰਕ ਕਲਰ, ਇੱਕ ਬਲੂ ਕਲਰ, ਇੱਕ ਯੈਲੋ ਕਲਰ ਉਹਦੇ 'ਚ ਹੁੰਦਾ ਸੀ, ਕਦੇ ਕਦੇ ਗ੍ਰੀਨ ਵੀ ਹੁੰਦਾ ਸੀ। ਉਹਦੇ ਵਿੱਚ ਨਾ ਫਿਰ ਇਸ ਤਰ੍ਹਾਂ ਕਿਨਾਰੀ ਬਣੀ ਹੁੰਦੀ ਸੀ, ਉਹ ਲੇਡੀਜ਼ ਦੀ ਪਛਾਣ ਹੁੰਦੀ ਸੀ। ਤੇ ਮਰਦ ਜਿਹੜੇ ਸਨ ਉਹਨਾਂ ਦੇ ਫਿਰ ਬਰਾਊਨ ਕਲਰ ਤੇ ਮੈਰੂਨ ਕਲਰ ਤੇ ਇਸ ਤਰ੍ਹਾਂ ਡਾਰਕ ਕਲਰ ਨੇ ਵੀ, ਬਲੂ ਕਲਰ ਦੇ ਉਹਨਾਂ ਦੇ ਵੀ ਹੁੰਦੇ ਸਨ। ਤੇ ਉਹ ਉਹਨਿਆਂ ਦੇ ਇਸ ਤਰ੍ਹਾਂ ਲਾਈਨਾਂ ਜਿਹੀਆਂ ਪਈਆਂ ਹੁੰਦੀਆਂ ਸਨ, ਚੈੱਕ ਸਟਾਈਲ ਦੀਆਂ। ਉਹ ਫਿਰ ਮਰਦ ਵੀ ਜ਼ਿਆਦਾਤਰ ਰੁਮਾਲ ਰੱਖਦੇ ਸਨ, ਔਰਤਾਂ ਵੀ। ਤੇ ਫਿਰ ਰੁਮਾਲ ਵੀ ਬੜਾ ਅਹਿਮ ਹੁੰਦਾ ਸੀ ਵੀ ਚੱਲਣਾ ਰਸਤੇ 'ਚ ਰੁਮਾਲ ਜ਼ਰੂਰ ਰੱਖ ਲਈਏ, ਰੁਮਾਲ ਬੜਾ ਅਹਿਮ ਆਈਟਮ ਹੁੰਦਾ ਸੀ। ਤੇ ਸਾਡੀ ਅੰਮੀ ਤੌਲੀਆ ਵੀ ਇੱਕ ਛੋਟਾ ਜ਼ਰੂਰ ਨਾਲ ਰੱਖਦੇ ਹੁੰਦੇ ਸਨ, ਕਿ ਰਸਤੇ 'ਚ ਕਿਸੇ ਨੂੰ ਹੱਥ ਹੁੱਥ ਧੋਣਾ, ਬੱਚੇ ਦਾ ਕੋਈ ਮੂੰਹ ਸਾਫ਼ ਕਰਨਾ ਪੈ ਜਾਂਦਾ ਤੇ ਤੌਲੀਆ, ਛੋਟਾ ਤੌਲੀਆ ਜ਼ਰੂਰ ਰੱਖਦੇ ਹੁੰਦੇ ਸਨ। ਪਰ ਉਹ ਸਾਰੀਆਂ ਚੀਜ਼ਾਂ ਦੀ ਫਿਕਰ ਮਾਂ ਨੂੰ ਹੁੰਦੀ ਸੀ। ਉਹ ਕਿੰਨੇ ਬੇਫਿਕਰੀ ਦਾ ਦੌਰ ਹੁੰਦਾ, ਬਚਪਨ ਜਿਹੜਾ ਹੁੰਦਾ ਵੇ, ਜਿਹੜਾ ਤੁਹਾਡਾ ਉਹ ਕਹਿੰਦੇ ਨੇ ਬਚਪਨ ਬਾਦਸ਼ਾਹੀ, ਉਹ ਬਾਦਸ਼ਾਹੀ ਦੌਰ ਹੁੰਦਾ, ਵਾਕਈ ਬਾਦਸ਼ਾਹੀ ਦੌਰ ਹੁੰਦਾ। ਕਿਸੇ ਚੀਜ਼ ਦੀ ਤੁਹਾਨੂੰ ਫਿਕਰ ਨਹੀਂ ਹੁੰਦੀ ਕਿ ਅਸੀਂ ਬੈਗ 'ਚ ਕੁਛ ਰੱਖਣਾ। ਹੁਣ ਅਸੀਂ ਪੈਕਿੰਗ ਕਰ ਕਰਕੇ ਥੱਕ ਗਈ ਆ, ਮੈਂ ਹਾਲੇ ਪੈਕਿੰਗ ਨਹੀਂ ਪਈ ਮੁੱਕਦੀ, ਇਸ ਬੈਗ 'ਚ ਇਹ ਵੜਨਾ ਕਿਤੇ ਇਹ ਵੜਨਾ। ਸਭ ਤੋਂ ਪਹਿਲੇ ਆਪਣੀਆਂ ਦਵਾਈਆਂ ਦੀ ਫਿਕਰ ਹੁੰਦੀ ਏ, ਆਪਣੇ ਇਨਹੇਲਰ ਰੱਖ ਲਵਾਂ, ਕੱਪੜੇ ਰੱਖੇ ਨੇ ਤੇ ਆਪਣਾ ਇਹ ਚੀਜ਼ ਉਹ ਚੀਜ਼, ਛੋਟੀ ਛੋਟੀ ਚੀਜ਼ਾਂ ਇੰਨੀਆਂ ਹੋ ਜਾਂਦੀਆਂ ਨੇ ਕਿ ਉਹ ਫਿਰ, ਹਾਲਾਂਕਿ ਮੈਂ ਕੋਈ ਐਸਾ ਬਹੁਤ ਜ਼ਿਆਦਾ ਸਮਾਨ ਨਹੀਂ ਰੱਖਿਆ, ਲੇਕਿਨ ਛੋਟੀ ਛੋਟੀ ਜ਼ਰੂਰੀਆਤ ਦੀਆਂ ਚੀਜ਼ਾਂ ਵੀ ਖਾਸੀਆਂ ਹੋ ਜਾਂਦੀਆਂ ਨੇ, ਸਪੈਸ਼ਲੀ ਦਵਾਈਆਂ ਤੁਹਾਡੀਆਂ। ਉਹ ਫਿਰ ਬੜੇ ਜਿਹੜਾ ਨਾ ਕੀਮਤੀ ਆਈਟਮ ਬਣ ਜਾਂਦਾ। ਉਮਰ ਦੇ ਨਾਲ ਨਾਲ ਦੇਖੋ ਤਰਜੀਹਾਤ ਵੀ ਬਦਲ ਜਾਂਦੀਆਂ ਨੇ। ਤੇ ਉਸ ਜ਼ਮਾਨੇ 'ਚ ਅਸੀਂ ਕੋਈ ਦਵਾਈ ਨਹੀਂ ਰੱਖਦੇ ਹੁੰਦੇ ਸਾਂ, ਪਰ ਇਹ ਵੇ ਕਿ ਅੰਮੀ ਹੀ ਰੱਖਦੇ ਸਨ, ਸਾਨੂੰ ਕੋਈ ਪਤਾ ਨਹੀਂ ਸੀ ਕਿ ਕੀ, ਬਸ ਸਾਨੂੰ ਚਾਅ ਚੜ੍ਹ ਜਾਂਦੇ ਸਨ, ਚੱਲੇ ਆ ਵੀ ਖਾਲਾ ਦੇ ਕੋਲ। ਤੇ ਉੱਥੇ ਫਿਰ ਉਤਰਨਾ ਬੱਸ ਤੋਂ, ਤੇ ਬੱਸ ਤੋਂ ਉਤਰ ਕੇ ਪੈਦਲ ਹੀ ਦੌੜੀ ਜਾ ਰਹੇ ਆ, ਦੌੜੀ ਜਾ ਰਹੇ। ਕਿ ਛੋਟਾ ਮੋਟਾ ਥੈਲਾ ਕਿਸੇ ਨੇ ਫੜ ਲਿਆ, ਕਿਸੇ ਨੇ ਉਹ ਕੱਪੜੇ ਦੇ ਥੈਲੇ ਹੁੰਦੇ ਸਨ, ਉਹਦੇ ਵਿੱਚ ਸਮਾਨ ਫਿਰ ਛੋਟਾ ਮੋਟਾ ਪਾ ਲਿਆ ਜਾਂਦਾ ਸੀ। ਇਸ ਤਰ੍ਹਾਂ ਨੂੰ ਕੱਪੜੇ ਦੀ ਨਾ ਉਹ ਲੱਗੀਆਂ ਹੁੰਦੀਆਂ ਸੀ ਗੁਥਲੀਆਂ ਜੀਆਂ, ਮੈਂ ਫਿਰ ਕਿਸੇ ਦਿਨ ਤੁਹਾਨੂੰ ਦਿਖਾਵਾਂਗੀ ਵੀ ਉਹ ਥੈਲਾ। ਤੇ ਇੱਕ ਦਫਾ ਮੈਂ ਪਹਿਲੇ ਵੀ ਇਸ 'ਤੇ ਨਾ ਗੱਲ ਕੀਤੀ, ਔਰ ਕੱਪੜੇ ਦੇ ਥੈਲੇ ਹੁੰਦੇ ਸਨ ਜਾਂ ਟੋਕਰੀਆਂ, ਤੇ ਉਹ ਬਸ ਬਈ ਉਹ ਫਿਰ ਛੋਟਾ ਮੋਟਾ ਜ਼ਰੂਰੀਅਤ ਦਾ ਸਮਾਨ ਪਾ ਲਿਆ ਜਾਂਦਾ ਸੀ। ਕੱਪੜੇ ਦਾ ਥੈਲਾ ਬੜਾ ਅਹਿਮ ਆਈਟਮ ਹੁੰਦਾ ਸੀ, ਸਫ਼ਰ 'ਤੇ ਚੱਲੇ ਉਹ ਛੋਟੇ ਮੋਟੇ ਸਮਾਨ ਲਈ। ਅੱਜ ਕੱਲ੍ਹ ਸਾਰੇ ਸ਼ੋਪਿੰਗ ਬੈਗ ਵਗੈਰਾ ਆ ਗਏ ਨੇ, ਪਰ ਉਸ ਜ਼ਮਾਨੇ 'ਚ ਉਹ ਥੈਲੇ ਕੰਮ ਆਉਂਦੇ ਸਨ। ਤੇ ਇਸ ਤਰ੍ਹਾਂ ਫਿਰ ਅਸੀਂ ਸਫ਼ਰ ਕਰਨੇ ਸਾਂ, ਦੌੜਦੇ ਜਾਂਦੇ ਸਾਂ, ਦੌੜਦੇ ਜਾਂਦੇ ਸਾਂ, ਖਾਲਾ ਦੇ ਘਰ ਪਹੁੰਚ ਜਾਈਏ। ਔਰ ਫਿਰ ਬਸ ਜਾ ਕੇ ਬਸ ਖਾਲਾ ਦਾ ਇੱਕ ਕੁਆਟਰ ਹੁੰਦਾ ਸੀ। ਕੱਲ੍ਹ ਉਜ਼ਮਾ ਨੇ ਵੀ ਜ਼ਿਕਰ ਕੀਤਾ ਕਿ ਅਸੀਂ ਉੱਥੇ ਰਹੇ ਜਿੱਥੇ ਇਹਨਾਂ ਦੀ ਅੱਬੂ ਦੀ ਟਰਾਂਸਫਰ ਹੋਈ ਸੀ, ਤੇ ਕੁਆਟਰ ਬੜਾ ਖੁੱਲ੍ਹਾ ਜਿਹਾ ਕੁਆਟਰ ਸੀ, ਤੇ ਉਸ ਵਾਲੇ ਕੁਆਟਰ ਹੀ ਹੁੰਦੇ ਸਨ। ਤੇ ਉਸ ਕੁਆਟਰ ਬੜੇ ਪਿੱਛੇ ਸੇਨ ਹੁੰਦਾ, ਕਮਰੇ ਹੁੰਦੇ ਸਨ, ਅੱਗੇ ਬਰਾਮਦਾ, ਅੱਗੇ ਵੱਡਾ ਵਿਹੜਾ ਕੁਆਟਰਾਂ ਦਾ। ਮੈਂ ਜਿਹੜੇ ਦੇਖੇ ਨੇ ਇਸ ਤਰ੍ਹਾਂ ਹੀ, ਮੇਰੀ ਸ਼ਾਦੀ ਜਦੋਂ ਹੋਈ ਹੈ ਮੈਂ ਵੀ ਇੱਕ ਕੁਆਟਰ ਵਿੱਚ ਹੀ ਗਈ ਸੀ, ਸਰਕਾਰੀ ਕੁਆਟਰ ਵਿੱਚ। ਬਹੁਤ ਵੱਡਾ ਸਾਰਾ ਵਿਹੜਾ ਸੀ, ਤੇ 2 ਕਮਰੇ, ਤੇ ਲਾਈਨ ਨਾਲ ਬਾਥਰੂਮ, ਕਿਚਨ ਔਰ ਵਾਸ਼ਰੂਮ ਚੀਜ਼ਾਂ, ਔਰ ਨਾਲ ਵੱਡਾ ਸਾਰਾ ਵਿਹੜਾ। ਤੇ ਉਹ क्वार्टर से मॉडल कॉलोनी से क्वार्टर से पता नहीं कितने 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 अज इत्थे आके बैठ गए हैं। जिंदगी एक सफ़र है, वो ख़त्म नहीं होता तुहाडा, वो सफ़र तुहाडा मर के ख़त्म होता है। इंसान जिन्ना चिर जिंदा रहिंदा होवे ना, वो किसी ना किसी हवाले ना सफ़र विच रहिंदा होवे। वो कदी यादां दा सफ़र हो जाता है, कदी वैसे हकीकी सफ़र हो जाता है, कदी दुखां दा सफ़र हो जाता है, कदी खुशियां दा सफ़र हो जाता है। पर जिंदगी हैगा एक सफ़र ही है। वो इंसान चलना शुरू होंदा है, जो चलदा है आखिर फिर एक दिन
ਘੈਂਕ ਪਈਆ ਹੋ ਜਾਂਦਾ ਵੇ ਤੇ ਕਵਰੇਜ ਜਾ ਪੈਂਦਾ ਤੇ ਉਹਦਾ ਸਫ਼ਰ ਮੁੱਕ ਜਾਂਦਾ ਵੇ। ਤੇ ਬਹਿਰਹਾਲ ਬੜੀ ਮੈਨੂੰ ਖੁਸ਼ੀ ਹੋਈ ਕਿ ਸ਼ਬੀਰ ਹੁਸੈਨ ਸਾਹਿਬ ਨੇ ਕਮੈਂਟ ਕੀਤਾ ਕਿ ਜਦੋਂ ਅਸੀਂ ਟੈਲੀਫੋਨ ਕਾਲ ਬੜੀ ਮਹਿੰਗੀ ਹੁੰਦੀ ਸੀ, ਅਸੀਂ ਆਪਣੇ ਅੱਬੂ ਨੂੰ ਕੈਸਟ ਵਿੱਚ ਜਿਹੜਾ ਨਾ ਰਿਕਾਰਡ ਕਰਕੇ ਆਪਣੀ ਗੱਲਾਂ ਭੇਜਣੇ ਹੁੰਦੇ ਸਾਂ। ਇਸ ਤਰ੍ਹਾਂ ਹੁੰਦਾ ਸੀ ਕਿ ਫ਼ੋਨ ਕਾਲ ਬੜੀ ਮਹਿੰਗੀ ਹੁੰਦੀ ਸੀ, ਵਾਕਈ ਫ਼ੋਨ ਕਾਲ ਬਹੁਤ ਮਹਿੰਗੀ ਹੁੰਦੀ ਸੀ। ਸ਼ਬੀਰ ਹੁਸੈਨ ਸਾਹਿਬ ਸਾਡੇ ਉਦੋਂ ਤਾਲੇ ਲੱਗਦੇ ਸਨ, ਫਿਰ ਉਹ ਤਾਲਾ ਲਾਇਆ ਜਾਂਦਾ ਸੀ ਕਿ ਗੈਰ ਜ਼ਰੂਰੀ ਇਸਤੇਮਾਲ ਨਾ ਹੋਵੇ। ਬਿੱਲ ਦੇਣ ਦੀ ਲੋਕਾਂ ਦੀ ਇੰਨੀ ਇਸਤਤਾਹਤ ਨਹੀਂ ਹੁੰਦੀ ਸੀ ਤੇ ਕਦੀ ਕਦਾਰ ਜ਼ਰੂਰਤ ਦੇ ਤਹਿਤ ਹੀ ਕੀਤਾ ਜਾਂਦਾ ਸੀ। ਮੈਂ ਉਹੀ ਕਿਹਾ ਨਾ ਕਿ ਉਹ 3 ਮਿੰਟ ਜਿਹੜੇ ਨੇ ਮੇਰੀ ਜ਼ਿੰਦਗੀ ਦੇ ਅਹਿਮ ਹੁੰਦੇ ਸਨ। ਉਸ ਤੋਂ ਬਾਅਦ ਉਹ ਤਾਲਾ ਲੱਗ ਜਾਂਦਾ ਸੀ ਤੇ ਉਹ ਫਿਰ ਇਸੇ ਤਰ੍ਹਾਂ ਹੀ ਫਿਰ ਬਹੁਤ ਹੁੰਦਾ ਸੀ। ਤੁਸੀਂ ਜਿਹੜਾ ਡਿਜੀਟਲ ਕੋਡ ਦਾ ਜ਼ਿਕਰ ਕੀਤਾ, ਫਿਰ ਉਸ ਤੋਂ ਬਾਅਦ ਉਹ ਆਇਆ ਸੀ, ਉਹ ਡਿਜੀਟਲ ਕੋਡ ਲੱਗ ਗਿਆ ਵੀ ਸਾਡੀ ਤਾਂ ਫਿਰ ਵੀ ਪਹੁੰਚ ਰਹੀ ਸੀ ਕਿ ਅਸੀਂ ਕੋਡ ਖੋਲ੍ਹ ਸਕੀਏ। ਤੇ ਉਹ ਫਿਰ ਕੋਡ ਜਿਹਨੇ ਲਾਇਆ ਹੁੰਦਾ ਸੀ ਉਹ ਹੀ ਖੋਲ੍ਹ ਕੇ ਕੋਈ ਦਵੇਗਾ ਤਾਂ ਅਸੀਂ ਗੱਲ ਕਰਾਂਗੇ। ਤੇ ਇਸ ਤਰ੍ਹਾਂ ਜ਼ਿੰਦਗੀ 'ਚ ਬੜੀਆਂ ਇਨਸਾਨ ਚੀਜ਼ਾਂ ਦੇਖਦਾ ਵੇ, ਉਹਨੂੰ ਕਰਦਾ। ਤੇ ਸ਼ਬੀਰ ਹੁਸੈਨ ਸਾਹਿਬ ਕਹਿੰਦੇ ਵੀ ਅਸੀਂ ਆਪਣੇ ਅੱਬੂ ਨੂੰ ਇਸ ਤਰ੍ਹਾਂ ਕਰਨੇ ਹੁੰਦੇ ਸਾਂ ਤੇ ਉਹਨਾਂ ਨੂੰ ਅਸੀਂ ਟੇਪ ਰਿਕਾਰਡਰ ਦੇ ਵਿੱਚ ਅਸੀਂ ਗੱਲਾਂ ਰਿਕਾਰਡ ਕਰਕੇ ਭੇਜਣੀਆਂ। ਤੇ ਜ਼ਾਹਰ ਆਪਣੇ ਪਿਆਰਿਆਂ ਦੇ ਨਾਲ ਜਾਂ ਇਨਸਾਨ ਖਤ ਨਾ ਕਰੇਗਾ। ਟੇਪ ਰਿਕਾਰਡਰ ਦਾ ਦੌਰ ਸੀ ਤੇ ਲੋਕ ਟੇਪ ਰਿਕਾਰਡਰ ਦੇ ਜ਼ਰੀਏ ਕਰਦੇ ਸਨ। ਇਤਫਾਕ ਹੈ ਕਿ ਅਸੀਂ ਕੋਈ ਐਸਾ ਤਜਰਬਾ ਨਹੀਂ ਕੀਤਾ, ਅਸੀਂ ਹਮੇਸ਼ਾ ਖਤੋ ਕਿਤਾਬਤ ਹੀ ਕੀਤੀ। ਤੇ ਅੱਛਾ ਹੋਇਆ ਕਿ ਤੁਸੀਂ ਆਪਣੀ ਯਾਦ ਮੇਰੇ ਨਾਲ ਸ਼ੇਅਰ ਕੀਤੀ ਤੇ ਮੈਨੂੰ ਪਤਾ ਚੱਲਿਆ ਵੀ ਇਸ ਤਰ੍ਹਾਂ ਵੀ ਲੋਕ ਪੈਗਾਮ ਰਸਾਨੀ ਕਰਦੇ ਸਨ, ਵਰਨਾ ਮੇਰੇ ਇਲਮ 'ਚ ਨਹੀਂ ਸੀ ਇਹ ਗੱਲ। ਤੇ ਉਸ ਤੋਂ ਬਾਅਦ ਫਿਰ ਉਜ਼ਮਾ ਨੇ ਵੀ ਮੈਸੇਜ ਕੀਤਾ। ਉਜ਼ਮਾ ਨੇ ਕਿਹਾ ਕਿ ਮੇਰੀ ਅੰਮੀ ਵੀ, ਉਹਨਾਂ ਦੀ ਇੱਕ ਰਹਿੰਦੀ ਸੀ, ਉਹਨਾਂ ਦੇ ਰਿਲੇਟਿਵ ਰਹਿੰਦੇ ਸਨ ਇੰਡੋਨੇਸ਼ੀਆ ਤੇ ਇੱਕ ਜਗ੍ਹਾ ਦਾ ਹੋਰ ਉਹਨਾਂ ਨੇ ਨਾਂ ਲਿਖਿਆ, ਮੈਂ ਭੁੱਲ ਗਈ ਹਾਂ। ਤੇ ਉੱਥੇ ਮੇਰੇ ਕੋਲ ਬੜੇ ਸ਼ੌਕ ਨਾਲ ਮੇਰੀ ਅੰਮੀ ਉਹਨਾਂ ਨੂੰ ਲੈਟਰ ਦਾ ਜਵਾਬ ਲਿਖਦੇ ਹੁੰਦੇ ਸਨ ਤੇ ਮੈਂ ਤਾਂ ਬਸ ਵੀ ਟਿਕਟਾਂ ਹੀ ਜਮ੍ਹਾਂ ਕਰਦੀ ਰਹਿੰਦੀ ਸਾਂ। ਤੇ ਉਹਨਾਂ ਨੇ ਟਿਕਟ ਦੇ ਹਵਾਲੇ ਨਾਲ ਗੱਲ ਕੀਤੀ ਤੇ ਮੈਨੂੰ ਯਾਦ ਆਇਆ ਉਹ, ਮੈਂ ਕਿਹਾ ਮੈਂ ਟਿਕਟ ਦਾ ਜ਼ਿਕਰ ਤੇ ਕੀਤਾ ਲੇਕਿਨ ਇੱਕ ਟਿਕਟ ਬੁੱਕ ਹੁੰਦੀ ਸੀ ਉਹਦਾ ਮੈਂ ਜ਼ਿਕਰ ਕਰਨਾ ਭੁੱਲ ਗਈ ਕਿ ਫਿਰ ਬੱਚੇ ਸ਼ੌਕ ਨਾਲ ਟਿਕਟ ਬੁੱਕ ਤੇ ਫਿਰ ਲਾ ਕੇ ਟਿਕਟ ਵੀ ਜਮ੍ਹਾਂ ਕਰਦੇ ਹੁੰਦੇ ਸਨ। ਇਹ ਵੀ ਬੜਾ ਮਹਿਬੂਬ ਮਸ਼ਗਲਾ ਹੁੰਦਾ ਸੀ। ਤੇ ਬਸ ਇਸ ਤਰ੍ਹਾਂ ਬਚਪਨ ਜਿਹੜਾ ਸਾਡਾ ਗੁਜ਼ਰ ਗਿਆ। ਸਾਦੇ ਸੂਦੇ ਦੌਰ ਸਨ, ਬੱਸਾਂ 'ਚ ਸਫ਼ਰ ਕੀਤਾ ਤੇ ਟ੍ਰੇਨਾਂ ਵਿੱਚ ਅਸੀਂ ਸਫ਼ਰ ਕੀਤਾ। ਕੋਈ ਲਗਜ਼ਰੀ ਲਾਈਫ ਨਹੀਂ ਸੀ, ਕੋਈ ਕੁਛ ਨਹੀਂ ਸੀ ਸਾਡੀ ਜ਼ਿੰਦਗੀ, ਬਸ ਇਸ ਤਰ੍ਹਾਂ ਹੀ ਸੀ। ਪਰ ਉਹ ਤੁਸੀਂ ਦੇਖੋ, ਬਸ ਮੈਂ ਬਾਰ-ਬਾਰ ਤਦ ਇਹ ਗੱਲ ਕਹਿੰਦੀ ਹਾਂ ਕਿ ਇੰਨੇ ਸਹੂਲਤਾਂ ਨਾ ਹੋਣ ਦੇ ਬਾਵਜੂਦ ਵੀ ਲੋਕ ਕਿੰਨਾ ਸੁਖੀ ਸਨ। ਲੋਕਾਂ ਦੇ ਕੋਲ ਮਸ਼ੀਨਰੀ ਦੇ ਨਾਂ 'ਤੇ ਕੋਈ ਚੀਜ਼ ਨਹੀਂ ਸੀ। ਹੱਥ ਨਾਲ ਕੱਪੜਾ ਧੁਲਦਾ ਸੀ, ਹੱਥ ਨਾਲ ਮਸਾਲਾ ਪੀਸਿਆ ਜਾਂਦਾ ਸੀ, ਹੱਥ ਦੇ ਨਾਲ ਹਰ ਕੰਮ ਹੁੰਦਾ ਸੀ। ਇਹ ਜਿਹੜੇ ਹੱਥ ਨੇ ਇਹ ਹੀ ਮਸ਼ੀਨਾਂ ਸਨ ਇਨਸਾਨ ਦੀਆਂ। ਹੁਣ ਅੱਜ ਮਸ਼ੀਨਾਂ ਦੇ ਅਸੀਂ ਇੰਨੇ ਮੁਹਤਾਜ ਹੋ ਗਏ ਹਾਂ, ਅਗਰ ਮਸ਼ੀਨ ਖਰਾਬ ਹੋ ਜਾਏ, ਲਾਈਟ ਚਲ ਜਾਏ, ਬਸ ਬੈਠੀਆਂ ਹੁੰਦੀਆਂ ਨੇ ਔਰਤਾਂ, ਆਏ ਹਾਏ ਵੀ ਹੁਣ ਕੀ ਕਰੀਏ, ਲਾਈਟ ਚਲੀ ਗਈ ਹੈ ਤਾਂ ਬਈ ਉਹ ਹੱਥਾਂ ਨੂੰ ਨਹੀਂ ਹਿਲਾਉਣਾ। ਉਸ ਜ਼ਮਾਨੇ ਦੀ ਔਰਤ ਕਦੀ ਸੋਚਿਆ ਵੀ ਨਹੀਂ ਸੀ ਉਹਨੇ, ਜੇ ਉਹ ਦੁੱਧ ਮਧਾਣੀ ਵੀ ਮਾਰਦੀ ਹੈ ਜੇ ਚਾਟੀ ਵਿੱਚ ਤੇ ਉਹ ਰੜਕਦੀ ਪਈ ਹੈ ਮੱਖਣ, ਉਹਦੇ ਹੱਥ ਕੰਮ ਆ ਰਹੇ ਨੇ। ਜੇ ਉਹ ਸਾਗ ਪਈ ਕੱਟਦੀ ਹੈ ਤਾਂ ਵੀ, ਜੇ ਆਟੇ ਗੁੰਨ ਰਹੀ ਹੈ, ਵਿਹੜਿਆਂ 'ਚ ਝਾੜੂ ਫੇਰ ਰਹੀ ਹੈ ਤੇ ਕੱਪੜੇ ਧੋ ਰਹੀ, ਹਰ ਕੰਮ ਹੱਥ ਨਾਲ ਕੀਤਾ ਜਾਂਦਾ ਸੀ। ਪਰ ਹੁਣ ਜਿਹੜਾ ਜ਼ਮਾਨਾ ਬਹੁਤ ਬਦਲ ਗਿਆ, ਸਫ਼ਰ ਦੇ ਵੀ ਸਹੂਲਤਾਂ ਬਦਲ ਗਈਆਂ ਨੇ। बड़े बड़े अच्छे क्लासेस आ गई हैं, ट्रेन का सफ़र करते हो, फर्स्ट क्लास और ये और स्लीपर और बहुत कुछ आ गया वे। लेकिन असी हमेशा फटिया वाली ट्रेन से ही सफ़र किया। तो इस तरह ही ਹੁਣ ਜਿਹੜਾ ਵੇ ਉਹਦੇ ਵਿੱਚ ਵੀ ਬੜੀ ਲਗਜ਼ਰੀ ਆ ਗਈ ਹੈ ਕਿ ਤੁਸੀਂ ਕਿਤੇ ਜਾਂਦੇ ਹੋ, ਬੱਸ 'ਤੇ ਨਹੀਂ ਬੈਠਣਾ, ਟੈਕਸੀ ਕਰਾ ਲਓ। ਲੋਕ ਟੈਕਸੀ ਆਪਣੀ ਗਾੜੀ ਤਾਂ ਹੈਗੀ ਹੈ ਜ਼ਿਆਦਾਤਰ ਲੋਕਾਂ ਕੋਲ, ਪਰ ਅਗਰ ਨਹੀਂ, ਜਿਵੇਂ ਪਾਕਿਸਤਾਨ 'ਚ ਕਿਤੇ ਦੂਰ ਜਾਣਾ ਹੈ, ਟੈਕਸੀ ਤੁਸੀਂ ਕਰਵਾ ਲਓ, ਟੈਕਸੀ 'ਤੇ ਜਾਓ, ਟੈਕਸੀ 'ਤੇ ਆ ਜਾਓ। ਬਹੁਤ ਜ਼ਿਆਦਾ ਸਹੂਲਤਾਂ ਨੇ ਤੇ ਉਸ ਜ਼ਮਾਨੇ ਦੇ ਲੋਕਾਂ ਕੋਲ ਇੰਨੀਆਂ ਸਹੂਲਤਾਂ ਨਹੀਂ ਸਨ। ਅਤੇ ਅਸੀਂ ਉਸ ਲਗਜ਼ਰੀ ਲਾਈਫ ਦੇ ਸੱਚੀ ਗੱਲ ਹੈ ਬਹੁਤ ਜ਼ਿਆਦਾ ਆਦੀ ਵੀ ਨਹੀਂ ਸਾਂ। ਅਸੀਂ ਬਸ ਬਈ ਰੁੱਖੀ ਸੁੱਖੀ ਖਾਓ ਤੇ ਖੁਸ਼ ਹੋਣ ਵਾਲੇ ਲੋਕ ਸਾਂ ਕਿ ਅਸੀਂ ਰੁੱਖੀ ਸੁੱਖੀ ਖਾ ਕੇ ਖੁਸ਼ ਹੋਣ ਵਾਲੇ ਲੋਕ ਸਨ। ਤੇ ਬਹਿਰਹਾਲ ਹੁਣ ਐਵੇਂ ਕਿ ਟਾਈਮ ਘੱਟ ਰਹਿ ਗਿਆ, ਬਸ ਅੱਜ ਮੈਂ ਆਪਣੇ ਬੈਗਾਂ ਨੂੰ ਫਾਈਨਲੀ ਪੈਕ ਕਰਕੇ ਰੈਪ ਕਰਕੇ ਇੱਕ ਪਾਸੇ ਰੱਖ ਦੇਣਾ ਕਿ ਕੱਲ੍ਹ ਕੋਈ ਐਸਾ ਕੰਮ ਨਾ ਹੋਵੇ ਤਾਂ ਕਿ ਅਸੀਂ ਆਪਣੀ ਫਿਰ ਬਸ ਜਿਹੜੀ ਬਾਕੀ ਛੋਟੀ ਮੋਟੀ ਤੇ ਉਹ ਕਰੀਏ ਅਤੇ ਉਹ ਬਸ ਜ਼ਹਿਨੀ ਦਬਾਅ ਨਾ ਹੋਵੇ ਕਿ ਬਈ ਹੁਣ ਇਹ ਜਿਹੜਾ ਵੇ ਅਸੀਂ ਕਰਨਾ ਬੈਗਾਂ ਦਾ ਕੰਮ। ਅਤੇ ਅੱਜ ਇਨਸ਼ਾਅੱਲਾ ਸਾਰੇ ਕੰਮ ਕੰਪਲੀਟ ਹੋ ਜਾਣੇ ਨੇ। ਅਤੇ ਬਸ ਫਿਰ ਹੁਣ ਮੈਂ ਚੱਲਦੀ ਹਾਂ। ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹਾਂ, ਮਲਾਇਕਾ ਦਾ ਵੀ ਬੜਾ ਸ਼ੁਕਰੀਆ ਅਦਾ ਕਰਨੀ ਹਾਂ। ਮਲਾਇਕਾ ਵੀ ਬੜੀ ਬਾਕਾਇਦਗੀ ਦੇ ਨਾਲ ਦੇਖਦੇ ਨੇ ਅਤੇ ਕੌਮੈਂਟ ਵੀ ਕਰਦੇ ਨੇ ਅਤੇ ਫਿਜ਼ਾ ਵੀ ਦੇਖਦੇ ਨੇ ਅਤੇ ਇਸ਼ਾਲ ਵੀ ਦੇਖਦੇ ਨੇ। ਅਤੇ ਸਾਰਿਆਂ ਦਾ ਮੈਂ ਸ਼ੁਕਰੀਆ ਅਦਾ ਕਰਨੀ ਹਾਂ, ਵੀ ਲੋ ਵੀ ਤੁਹਾਡਾ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਕੌਮੈਂਟ ਕਰਦੇ ਹੋ। ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਫਿਰ ਮੈਨੂੰ ਐਸਾ ਲੱਗਦਾ ਕਿ ਕੋਈ ਮੇਰੀ ਗੱਲ ਦਾ ਜਵਾਬ ਪਿਆ ਦਿੰਦਾ। ਮੈਂ ਵੀ ਪਾਗਲ ਇਕੱਲੀ ਨਹੀਂ ਲੱਗੀ ਰਹਿੰਦੀ ਹਾਂ, ਕਿਸੇ ਨੂੰ ਮੇਰੀ ਗੱਲ ਸਮਝ ਆਉਂਦੀ। ਅਤੇ ਉਜ਼ਮਾ ਮੈਂ ਯਕੀਨ ਮੰਨੋ, ਮੈਂ ਤੁਹਾਨੂੰ ਅੱਜ ਇੱਥੇ ਹੀ ਮੈਸੇਜ ਦੇ ਦਿੰਦੀ ਹਾਂ ਕਿ ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੈਂ ਥੋੜ੍ਹਾ ਫਾਰਿਗ ਇਸ ਤਰ੍ਹਾਂ
ਟਾਈਮ ਮਿਲੇ ਮੈਨੂੰ ਤੇ ਮੈਂ ਤੁਹਾਡੇ ਨਾਲ ਗੱਲ ਕਰਾਂਗੀ। ਤੇ ਉਸ ਦਿਨ ਲਾਈਨ ਕੱਟ ਗਈ ਸੀ ਤੇ ਉਹ ਫਿਰ ਗੱਲ ਸਾਡੀ ਨਹੀਂ ਹੋ ਸਕੀ, ਲੇਕਿਨ ਬੜੀ ਮਸਰੂਫੀਅਤ ਰਹੀ, ਯਕੀਨ ਮੰਨੋ ਕਿ ਇਹਨਾਂ ਦਿਨਾਂ 'ਚ ਕਿ ਮੈਂ ਬਿਲਕੁਲ ਟਾਈਮ ਨਹੀਂ ਮਿਲਿਆ। ਔਰ ਮੈਨੂੰ ਇਸ ਤਰ੍ਹਾਂ ਮਜ਼ਾ ਨਹੀਂ ਆਉਂਦਾ ਗੱਲ ਕਰਨ ਦਾ। ਮੈਂ ਪਾਕਿਸਤਾਨ ਵੀ ਕਰਨੀ ਹਾਂ, ਮੈਂ ਸਭ ਉਦੋਂ ਹੀ ਕਰਨੀ ਹਾਂ ਫੋਨ ਜਦੋਂ ਆਪਣੇ ਭੈਣ ਭਰਾ ਨੂੰ, ਜਦੋਂ ਮੈਂ ਫਾਰਿਗ ਹੁੰਦੀ ਹਾਂ। ਜੇ ਫਿਰ ਬੰਦਾ ਗੱਲ ਕਰੇ ਤਾਂ ਥੋੜ੍ਹੀ ਜਿਹੀ ਗੱਲ ਤਾਂ ਕਰੇ, ਹੈ ਕਿ ਐਵੇਂ ਹੈਲੋ ਹੈਲੋ ਕਰਕੇ ਉਹ ਥੋੜ੍ਹੀ ਜਿਹੀ ਗੱਲ ਕਰਕੇ ਮੈਨੂੰ ਮਜ਼ਾ ਨਹੀਂ ਆਉਂਦਾ। ਮੈਂ ਤੁਹਾਡੇ ਨਾਲ ਤਾਂ ਗੱਲ ਨਹੀਂ ਕਰ ਸਕੀ। ਇਨਸ਼ਾਅੱਲਾ ਮੈਂ ਪਾਕਿਸਤਾਨ ਪਹੁੰਚ ਕੇ ਮੈਂ ਤੁਹਾਡੇ ਨਾਲ ਰਾਬਤਾ ਕਰਾਂਗੀ, ਫਿਰ ਅਸੀਂ ਗੱਲ ਕਰਾਂਗੇ। ਤੇ ਬਾਕੀ ਫਿਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਦੁਆਵਾਂ। ਤੇ ਤੁਸੀਂ ਵੀ ਮੇਰੇ ਲਈ ਦੁਆ ਕਰਦੇ ਹੋ, ਦੁਆ ਮੰਗਦੇ ਹੋ। ਵੱਡੇ ਸਾਡੇ ਕਹਿੰਦੇ ਸਨ, ਦੁਆ ਦਵੋ, ਦੁਆ ਲਵੋ, ਦੁਆ ਲਈ ਕਹੋ ਤੇ ਦੁਆ ਦੂਸਰੇ ਨੂੰ ਜ਼ਰੂਰ ਦਿਆ ਕਰੋ। ਇਹ ਦੁਆ ਜਿਹੜੀ ਤਾਕਤ ਹੈ ਤੇ ਉਹ ਜਿਹੜਾ ਤਕਦੀਰ ਨੂੰ ਅਗਰ ਕੋਈ ਬਦਲਦੀ ਹੈ ਨਾ ਕੋਈ ਚੀਜ਼, ਤੇ ਉਹ ਦੁਆ ਵੇ। ਇਸ ਲਈ ਦੁਆ ਕਰਦੇ ਰਹਿਣਾ ਚਾਹੀਦਾ ਵੇ। ਉਹਦੇ ਵਿੱਚ ਕੋਈ ਖਰਚਾ ਨਹੀਂ ਹੈ, ਉਹਦੇ ਵਿੱਚ ਕੋਈ ਤੁਹਾਡਾ ਉਹ ਨਹੀਂ ਹੁੰਦਾ। ਸਿਰਫ ਤੁਸੀਂ ਦੁਆ ਕਰ ਦਿੰਦੇ ਹੋ ਤੇ ਅੱਲਾਹ ਤਾਲਾ ਪਤਾ ਨਹੀਂ ਕਿਹਦੀ ਸੁਣ ਲੈਂਦਾ। ਸਾਨੂੰ ਬਜ਼ੁਰਗਾਂ ਨੇ ਇਹੀ ਦੱਸਿਆ ਕਿ ਜ਼ਰੂਰ ਦੁਆ ਲਈ ਕਹੋ। ਕੋਈ ਬਿਮਾਰ ਹੈ ਉਹਦੇ ਕਹੋ ਵੀ ਸਾਡੀ ਦੁਆ ਕਰਿਓ ਕਿ ਅੱਲਾਹ ਤਾਲਾ ਮੈਨੂੰ ਸਿਹਤ ਦੇਵੇ। ਔਰ ਕੋਈ ਵੀ ਹੁੰਦਾ ਸੀ ਦੁਆ ਲਈ ਸਪੈਸ਼ਲੀ ਕਿਹਾ ਜਾਂਦਾ ਸੀ। ਤੇ ਇਸ ਲਈ ਮੈਂ ਵੀ ਤੁਹਾਨੂੰ ਕਹਿੰਦੀ ਹਾਂ, ਅਸੀਂ ਤੇ ਜੋ ਆਪਣੇ ਬੜਿਆਂ ਕੋਲੋਂ ਗੱਲਾਂ ਸਿੱਖੀਆਂ ਨੇ ਅਸੀਂ ਉਹਨਾਂ 'ਤੇ ਅਮਲ ਕਰਨੇ ਆ ਤੇ ਇਨਸ਼ਾਅੱਲਾ ਜਦੋਂ ਤੱਕ ਜ਼ਿੰਦਾ ਰਵਾਂਗੇ ਕਰਦੇ ਰਵਾਂਗੇ। ਤੇ ਬਾਕੀ ਫਿਰ ਮਿਲਦੇ ਆ ਇਨਸ਼ਾਅੱਲਾ ਇੱਕ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ। ਅੱਜ ਮੈਂ ਆਪਣੀ ਬਚਪਨ ਦੀ ਉਹ ਯਾਦ ਸ਼ੇਅਰ ਤੁਹਾਡੇ ਨਾਲ ਕੀਤੀ ਜਦੋਂ ਬੱਸ 'ਤੇ ਜਾਂਦੇ ਸਾਂ ਤੇ ਅਸੀਂ ਮਾਸ਼ ਦੀ ਦਾਲ ਤੇ ਉਹ ਤੇ ਰੋਟੀ ਹੁੰਦੀ ਸੀ ਤੇ ਪਕੌੜਾ ਤੇ ਰੋਟੀਆਂ ਤੰਦੂਰ ਦੀਆਂ ਤੇ ਖਾਣੇ ਸਾਨੂੰ ਖੁਸ਼ ਹੁੰਦੇ ਸਨ। ਸਾਨੂੰ ਕੋਈ ਬਰਗਰ, ਕੋਈ ਪੀਜ਼ੇ, ਕੋਈ ਕੁਛ ਸਾਨੂੰ ਜਿਹੜਾ ਨਾ ਉਹ ਨਹੀਂ ਲੱਗਦਾ ਸੀ। ਸਾਨੂੰ ਉਹੀ ਚੀਜ਼ਾਂ ਚੰਗੀਆਂ ਲੱਗਦੀਆਂ ਸਨ। ਤੇ ਫਿਰ ਮਿਲਦੇ ਹਾਂ ਇੱਕ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ। ਅੱਲਾ ਹਾਫਿਜ਼ ਤੇ ਰੱਬ ਰੱਖਾ। ਤੇ ਹੁਣ ਮੈਂ ਜਾਂਦੇ ਜਾਂਦੇ ਉਜ਼ਮਾ ਲਈ ਮੈਂ ਕੁਛ ਕਹਿ ਦੇਵਾਂ। तुम ही मेरी मंदिर, तुम ही मेरी पूजा, तुम ही देवता हो, तुम ही देवता हो। लो भाई ये भी मेरे जेहन च आ गया। अगे भी मैं एक दिन सुनाता सी, पता नहीं मेरे दिमाग च यही गाना क्यों आ जाता है एंड में। तो फिर मिलांगे इंशाअल्लाह। अल्लाह हाफिज़ ते रब रखा।